ਕਿਸਾਨਾਂ ਦਾ ਰੋਲ ਜਿਹੜਾ ਵੈ ਉਹ ਹਮੇਸ਼ਾ ਤੋਂ ਅਗਰ ਹਿਸਟਰੀ 'ਚ ਦੇਖੀਏ ਤੇ ਉਹ ਬੜਾ ਹੀ ਅਹਿਮ ਰਿਹਾ। ਮੈਂ ਚਾਹਾਂਗੀ ਤੁਹਾਡੇ ਕੋਲੋਂ, ਤੁਹਾਡੇ ਆਥੈਂਟਿਸਿਟੀ ਹੈ, ਤੇ ਮੈਂ ਚਾਹਾਂਗੀ ਕਿ ਜਦੋਂ 1960 ਦੇ ਵਿੱਚ ਇੰਡੀਆ ਜਿਹੜਾ ਸੀ ਉਦੋਂ ਫੂਡ ਵਿੱਚ ਸਫੀਸ਼ੀਐਂਟ ਫੂਡ ਨਹੀਂ ਸੀ ਬਣਦਾ। ਤੁਸੀਂ ਉਸ ਬੈਕਗਰਾਊਂਡ 'ਚ ਵੀ, ਕਿਉਂਕਿ ਗੱਲਬਾਤ ਸਾਡੀ ਕਿਸਾਨਾਂ ਔਰ ਕਰੋਨੇ ਦੇ ਹਵਾਲੇ ਨਾਲ ਹੈ, ਔਰ ਉਹਦੀ ਵਜ੍ਹਾ ਨਾਲ ਜਿਹੜਾ ਬੰਗਾਲ ਦਾ ਮੋਦੀ ਸਰਕਾਰ ਜਿਹੜੀ ਹੈ ਉਹ ਹਾਰੀ ਹੈ ਇਲੈਕਸ਼ਨ, ਇਹ ਇਸ ਤਰ੍ਹਾਂ। ਤੇ 1960 'ਚ ਜਿਹੜਾ ਹਿਸਾਬ ਕਿਤਾਬ ਸੀ ਕਿ ਜਦੋਂ ਇੰਡੀਆ ਨਹੀਂ ਸੀ, ਤੇ ਉਹ ਫਿਰ ਕਿਸ ਤਰ੍ਹਾਂ ਸਫੀਸ਼ੀਐਂਟ ਹੋਇਆ ਫੂਡ ਦੇ ਵਿੱਚ ਕਿਸਾਨਾਂ ਦੀ, ਉਹਦੇ ਬਾਰੇ ਦੱਸੋ। ਅੱਛਾ, ਵੈਰੀ ਗੁੱਡ ਕੁਐਸਚਨ, ਬਹੁਤ ਅੱਛਾ ਸਵਾਲ ਹੈ। ਦੇਖੋ, ਜਿਹੜੀ ਬਰਤਾਨਵੀ ਹਕੂਮਤ ਸੀਗੀ ਜਦੋਂ ਇੰਡੀਆ ਛੱਡ ਕੇ ਗਏ ਨਾ 1947 ਦੇ ਵਿੱਚ, ਰਿਐਲਿਟੀ ਇਸ ਕਿ ਇੰਡੀਆ ਜਿੰਨਾ ਚਿਰ ਬਰਤਾਨਵੀ ਹਕੂਮਤ ਰਹੀ ਹੈ ਉਦੋਂ ਫੈਮਿਨਸ ਨੂੰ ਪਤਾ ਕੀ ਕਹਿੰਦੇ, ਅਕਾਲ ਕਹਿੰਦੇ, ਪਤਾ ਨਹੀਂ ਕੀ ਕਹਿੰਦੇ, ਕਾਲ ਪੈ ਜਾਣਾ, ਕਾਫੀ ਕਾਲ ਪੈ ਜਾਂਦੇ ਸੀਗੇ, ਤੇ ਕਾਫੀ ਕਰੋੜਾਂ ਹੀ ਲੋਕ ਨਾ ਮਰ ਜਾਂਦੇ ਸੀਗੇ। ਮੈਂ ਤੁਹਾਨੂੰ ਦੱਸਾਂ 1943-44 ਬੰਗਾਲ ਦੇ ਵਿੱਚ ਦੂਜੀ ਜੰਗ ਦੇ ਵਿੱਚ ਲਿਟਰਲੀ ਸਿਰਫ 4-5 ਮਹੀਨਿਆਂ ਦੇ ਵਿੱਚ ਬੰਗਾਲ ਦੇ ਵਿੱਚ 3 ਜਾਂ 4 ਮਿਲੀਅਨ ਲੋਕ ਮਰ ਗਏ ਉਦੋਂ, ਜਦ ਕਾਲ ਸੀਗਾ, ਕਿ ਸਰਕਾਰ ਨੂੰ ਕੋਈ ਪਰਵਾਹ ਨਹੀਂ ਸੀ ਹੈਗੀ। ਸੋ ਜਦੋਂ ਗੋਰੇ ਗਏ ਉੱਥੋਂ ਹਿੰਦੁਸਤਾਨ ਤੋਂ, ਕੋਈ ਡਿਵੈਲਪਮੈਂਟ ਨਹੀਂ ਸੀ ਹਿੰਦੁਸਤਾਨ ਦੀ ਹੋਈ, ਕੋਈ ਸੜਕਾਂ ਬਹੁਤ ਘੱਟ ਸੀਗੀਆਂ, ਕੋਈ ਇੰਫਰਾਸਟਰਕਚਰ ਬਹੁਤ ਘੱਟ ਸੀਗਾ, ਔਰ ਲੇਕਿਨ ਫਾਰਮਿੰਗ ਦਾ ਤਾਂ ਬਹੁਤ ਹੀ ਬੁਰਾ ਹਾਲ ਸੀਗਾ, ਠੀਕ ਹੈ। ਸੋ ਇੰਡੀਆ ਦੀ ਜਿਹੜੀ ਨਾ ਫੂਡ ਸਫੀਸ਼ੀਐਂਸੀ ਹੈ ਨਹੀਂ ਸੀ, ਫੂਡ ਸਿਕਿਉਰਿਟੀ ਹੈ ਨਹੀਂ ਸੀਗੀ। ਕਾਲ ਤਾਂ ਨਹੀਂ ਸੀ ਆਉਂਦੇ ਵੱਡੇ ਹੁਣ, ਠੀਕ ਹੈ, ਲੇਕਿਨ ਜਿਹਨੂੰ ਕਹਿੰਦੇ ਸੀ ਮੈਲ ਨਿਊਟ੍ਰੀਸ਼ਨ, ਠੀਕ ਹੈ ਨਾ, ਭੁੱਖਮਾਰ ਬਹੁਤ ਜ਼ਿਆਦਾ ਸੀਗੀ। ਤੇ ਹਰ ਸਾਲ ਇਹਨਾਂ ਨੇ ਅਮਰੀਕਾ ਤੋਂ ਇਹਨਾਂ ਨੇ ਲੈਣਾ, ਕਣਕ ਲੈਣੀ, ਹੋਰ ਜਗ੍ਹਾ ਤੋਂ ਮੰਗਣਾ, ਬੜੀ ਫੋਰਨ ਐਕਸਚੇਂਜ ਬਹੁਤ ਘੱਟ ਸੀਗੀ, ਠੀਕ ਹੈ ਨਾ। ਫਿਰ ਜਿਹੜੀ ਅਮਰੀਕਾ ਦੇ ਨਾਲ ਡਾਇਲੋਗ ਸ਼ੁਰੂ ਹੋਇਆ ਕਿ ਅਬਾਊਟ ਰਿਸਰਚ ਐਂਡ ਡਿਵੈਲਪਮੈਂਟ, ਉਦੋਂ ਨਾਲ ਸੈਟਅਪ ਹੋਈ ਸੀਗੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ, ਠੀਕ ਹੈ, ਉਸ ਤੋਂ ਪਹਿਲਾਂ। ਸੋ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਯੂਜ਼ ਕਰਕੇ, ਮੈਨੂੰ ਯਾਦ ਆ ਉਹਨਾਂ ਦੇ ਜਿਹੜੇ ਫਾਊਂਡਰ ਸੀਗੇ ਰੰਧਾਵਾ ਸਾਹਿਬ ਸੀਗੇ, ਡਾਕਟਰ MS ਰੰਧਾਵਾ, ਉਹ ਅਮਰੀਕਾ ਤੋਂ ਪੜ੍ਹੇ ਸੀਗੇ। ਸੋ ਉਹਨਾਂ ਦੇ ਲੀਡਰਸ਼ਿਪ ਦੇ ਅੰਡਰ ਫਿਰ ਨਾ ਨਵੀਂ ਸਟ੍ਰੇਨਸ ਲਾਈਆਂ ਗਈਆਂ, ਨਵੇਂ ਪੈਸਟੀਸਾਈਡਸ, ਨਵੇਂ ਇਨਸੈਕਟੀਸਾਈਡਸ, ਨਵੀਆਂ ਜਿਹਨੂੰ ਕਹਿੰਦੇ ਆ ਖਾਦਾਂ ਜਿਹੜੀਆਂ ਹੁੰਦੀਆਂ ਨੇ, ਠੀਕ ਹੈ ਨਾ, ਉਹ ਇੰਟਰੋਡਿਊਸ ਕੀਤੀਆਂ ਗਈਆਂ। ਲੇਕਿਨ ਉਹ ਇੰਟਰੋਡਿਊਸ ਇਸ ਲਈ ਤਾਂ, ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਕਹਿ ਰਿਹਾ ਸੀਗਾ, ਇਸੇ ਲਈ ਇੰਟਰੋਡਿਊਸ ਹੋ ਚੁੱਕੀਆਂ ਸੀਗੀਆਂ ਕਿ ਸਰਕਾਰ ਕਿਸਾਨਾਂ ਨੂੰ ਕਹਿ ਸਕਦੀ ਸੀਗੀ ਕਿ ਤੁਹਾਨੂੰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਜ਼ਰੂਰ ਦੇਵਾਂਗੇ, ਨਹੀਂ ਤਾਂ ਆਮ ਕਿਸਾਨ ਨਹੀਂ ਸੀ ਐਕਸਪੈਰੀਮੈਂਟ ਕਰ ਸਕਦਾ ਹੈਗਾ, ਠੀਕ ਹੈ ਨਾ। ਉਹਦੇ ਕਾਰਨ ਕੁਝ ਸਾਲਾਂ ਦੇ ਵਿੱਚ ਹੀ ਪੰਜਾਬ ਔਰ ਹਰਿਆਣਾ ਦੀ ਇਸ ਕਾਸ਼ਤਕਾਰੀ ਦੇ ਕਾਰਨ ਹਿੰਦੁਸਤਾਨ ਸੈਲਫ ਸਫੀਸ਼ੀਐਂਟ ਹੋ ਗਿਆ ਖਾਣੇ ਦੇ ਵਿੱਚ। ਸੋ ਹਿੰਦੁਸਤਾਨ ਫਰਮ ਦੈਟ ਟਾਈਮ, ਇੰਡੀਆ ਉਦੋਂ ਦਾ ਨਾ ਇਹ ਜਿਹੜੀ ਇੰਪੋਰਟੇਸ਼ਨ ਹੈ ਕਣਕ ਦੀ ਜਾਂ ਚੌਲਾਂ ਦੀ ਕਦੀ ਨਹੀਂ ਹੋਈ। ਇੰਡੀਆ ਐਕਚੁਅਲੀ ਬਿਕੇਮ ਅ ਨੈਟ ਐਕਸਪੋਰਟਰ। ਪੰਜਾਬ ਨੂੰ ਕਹਿੰਦੇ ਆ the food basket of India. Punjab or Haryana, they produce, still to this day, they produce way out of their proportion ਜਿਹੜੀ ਕਣਕ ਔਰ ਚੌਲ। ਜਦੋਂ ਮੈਂ ਬੱਚਾ ਹੁੰਦਾ ਸੀਗਾ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਉਦੋਂ ਨਾ ਚੌਲ ਲੋਕ ਉਦੋਂ ਖਾਂਦੇ ਸੀਗੇ ਜਦੋਂ ਕੋਈ ਬਿਮਾਰ ਹੋਵੇ, ਠੀਕ ਹੈ ਨਾ। ਮੈਂ ਆਮ ਆਫ ਦੈਟ ਜਨਰੇਸ਼ਨ। ਤੇ ਪੰਜਾਬ ਹਰਿਆਣੇ ਚੌਲ ਇੰਟਰੋਡਿਊਸ ਕੀਤੇ ਗਏ ਤਾਂ ਕਿ ਜਿਹੜੇ ਮਿਨੀਮਮ ਸਪੋਰਟ ਪ੍ਰਾਈਸ ਸੀਗਾ ਉਹ ਗਾਰੰਟੀ ਕਰ ਸਕਦਾ ਸੀਗਾ, ਠੀਕ ਹੈ। ਲੇਕਿਨ ਅੱਜ ਬੜੀ ਜ਼ਰੂਰਤ ਹੈਗੀ ਹੈ, ਜਿਸ ਤਰ੍ਹਾਂ ਪਹਿਲਾਂ ਕਹਿ ਰਿਹਾ ਸੀਗਾ, ਰਿਫਾਰਮ ਕਰਨ ਦੀ। ਹੁਣ ਜਿਹੜਾ ਐਗਰੀਕਲਚਰ ਉਹਦੇ ਜਿਹੜੀ ਪੰਜਾਬ ਔਰ ਹਰਿਆਣਾ ਜਿਹੜੀ ਰਿਲਾਇੰਸ ਹੈ ਨਾ ਚੌਲਾਂ ਤੇ ਕਣਕ ਤੇ, ਉਹ ਘੱਟ ਹੋਣੀ ਚਾਹੀਦੀ ਹੈ। ਉਹੋ ਜਿਹੇ ਫੂਡਸ ਇੰਟਰੋਡਿਊਸ ਕਰਨੇ ਚਾਹੀਦੇ ਨੇ ਜਿਹਨੂੰ ਪਾਣੀ ਦੀ ਘੱਟ ਜ਼ਰੂਰਤ ਹੋਵੇ, ਜਿੰਨਾ ਵਾਟਰ ਟੇਬਲ ਰਾਈਸ ਹੋਵੇ, ਜਿਸ ਨਾਲ ਪੋਲਿਊਸ਼ਨ ਘੱਟ ਹੋਵੇ। ਲੇਕਿਨ ਉਹ ਤਾਂ ਹੀ ਹੋ ਸਕਦਾ ਹੈਗਾ ਕਿ ਜੇ ਗਵਰਨਮੈਂਟ ਚੌਲਾਂ, ਕਣਕ ਤੇ ਕਪਾਹ ਤੋਂ ਅੱਗੇ ਜਾ ਕੇ ਕਹੇ ਕਿ ਜੇ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਹੈ, ਜਿਸ ਤਰ੍ਹਾਂ ਦਾਲਾਂ ਹੁੰਦੀਆਂ ਹੈਗੀਆਂ, ਠੀਕ ਹੈ ਨਾ, ਬਾਈ ਲਾਅ ਤੁਹਾਨੂੰ ਦਾਲਾਂ 'ਚ ਮਿਨੀਮਮ ਸਪੋਰਟ ਪ੍ਰਾਈਸ ਮਿਲਣਾ ਚਾਹੀਦਾ, ਲੇਕਿਨ ਰਿਐਲਿਟੀ ਵਿੱਚ ਕਿਸੇ ਨੂੰ ਨਹੀਂ ਮਿਲਦਾ ਹੈਗਾ। ਜੇ ਸਰਕਾਰ ਕਵੇ ਨਾ ਕਿਸਾਨਾਂ ਨੂੰ ਕਿ ਠੀਕ ਹੈ ਕਿ ਤੁਸੀਂ ਨਾ ਇਹ ਹੁਣ ਘੱਟ ਕਰ ਦਿਓ ਕਣਕ ਹੌਲੀ ਹੌਲੀ, ਚੌਲ ਹੌਲੀ ਹੌਲੀ, ਤੁਸੀਂ ਦੂਜੇ ਲਾਓ ਤੇ ਅਸੀਂ ਤੁਹਾਨੂੰ ਸਪੋਰਟ ਦੇਵਾਂਗੇ, ਜਿਸ ਤਰ੍ਹਾਂ 1960 ਸੀਗੀ, ਤੇ ਕਿਸਾਨ ਖੁਸ਼ ਸੀਗੇ ਉਸ ਗੱਲ ਨਾਲ, ਠੀਕ ਹੈ ਨਾ। ਲੇਕਿਨ ਬਿਲਕੁਲ ਹੀ ਕਿਸਾਨਾਂ ਨੂੰ ਤੁਸੀਂ ਇਹਨਾਂ ਦੇ ਵੱਡੀ ਕੋਰਪੋਰੇਸ਼ਨ ਦੇ ਸਾਹਮਣੇ ਜਿਸ ਤਰ੍ਹਾਂ ਇੱਕ ਬੱਕਰੇ ਨੂੰ ਸੱਟ ਸ਼ੇਰ ਦੇ ਸਾਹਮਣੇ, ਠੀਕ ਹੈ ਨਾ, ਉਹ ਨਹੀਂ ਐਕਸੈਪਟੇਬਲ ਹੈਗਾ। ਰਾਜ ਜੀ, ਬੜੀ ਵਧੀਆ ਗੱਲ ਅਸੀਂ ਆਪਣੇ ਤਿੰਨਾਂ ਮੁੱਦਿਆਂ ਤੇ ਕੀਤੀ ਹੈ, ਲੇਕਿਨ ਇਹਦੇ ਨਾਲ ਨਾਲ ਮੈਂ, ਕਿਉਂਕਿ ਮੇਰੇ ਜਿਹੜੇ ਨੇ
मेरे वालिद साहब, मेरे 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 नानके दादके, मेरे वालिद और मेरी वालदा अपने ਜਿਹੜੇ ਨੇ ईस्ट पंजाब ਦੇ गुरदासपुर, जलंधर, ਬ੍ਰਹਮਪੁਰ और पठाना ये वाले एरिया दे ने। सो मैं बहुत एक कनैक्शन फील करती हाँ, गो कि मैं नहीं वो जगह ते रही। मेरी पैदाइश पाकिस्तान च ही हुई, लाहौर दे विच ही सारा ब्रॉटअप होया। इसी तरह ਤੁਹਾਡੇ ਜਿਹੜੇ ਫੋਰਫਾਦਰ ਸੀ ਉਹ ਕਿੱਥੋਂ ਸੀ? ਉਹ ਤੁਸੀਂ ਈਸਟ ਪੰਜਾਬ ਦੇ ਹੋ ਜਾਂ ਵੈਸੇ? ਉਹਦੇ ਬਾਰੇ ਥੋੜਾ ਜਿਹਾ ਦੱਸੋ। ਇਹ ਬੜੀ ਇਹ ਨਾ ਪੰਜੀ ਜਿਹੜਾ ਸਵਾਲ ਹੈ ਬੜਾ ਕੰਪਲੈਕਸ ਸਵਾਲ ਹੈ ਐਕਚੁਅਲੀ। ਜਿਹੜੇ ਮੇਰੇ ਐਂਸੈਸਟਰਸ, ਮੇਰੇ ਹੁਣ ਜਿਹੜੇ ਮੇਰੇ ਨਾਨਾ ਜੀ ਸੀਗੇ, ਮੇਰੇ ਨਾਨਕੇ ਜਿਹੜੇ, ਉਹਨਾਂ ਦਾ ਹੈਰਾਨੀ ਦੀ ਗੱਲ ਹੈ ਉਹਨਾਂ ਦਾ ਅਖੀਰਲਾ ਪਿੰਡ ਹੈ ਪਾਕਿਸਤਾਨ ਦੇ ਵਿੱਚ, ਅਟਾਰੀ ਬਾਰਡਰ ਤੇ। ਮੇਰੇ ਪੜਨਾਨੇ ਦੇ ਨਾਂ ਤੇ ਹੈਗਾ ਪਿੰਡ ਦਾ ਨਾਂ ਹੈ ਗੋਪਾਲ ਸਿੰਘ ਵਾਲਾ। ਉਹ ਲਿਟਰਲੀ ਅਖੀਰਲਾ ਪਿੰਡ ਹੈਗਾ ਜਿਹੜਾ ਪਾਕਿਸਤਾਨ ਚ ਪਿਆ ਹੈਗਾ। ਜਿਹੜੇ ਮੇਰੇ ਦਾਦਕੇ ਹੈ ਉਹ ਹੈਗੇ ਗੁਜਰਾਂਵਾਲਾ, ਡਿਸਟ੍ਰਿਕਟ ਗੁਜਰਾਂਵਾਲਾ, ਲਾਲੇ ਮੂਸੇ ਦੇ ਨੇੜੇ ਇੱਕ ਪਿੰਡ ਹੈ ਕੁਆਂਕ, ਉੱਥੇ ਦੇ ਨੇ, ਠੀਕ ਹੈ। ਲੇਕਿਨ ਮੈਨੂੰ ਇੱਕ ਗੱਲ ਦਾ ਪਤਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਦੇਖੀਏ ਸ਼ਹੀਦ ਭਗਤ ਸਿੰਘ ਹੈ ਜਿਹੜੇ ਉੱਥੇ ਬੰਗੇ ਪੈਦਾ ਹੋਏ ਸੀਗੇ ਲਾਲਪੁਰ ਡਿਸਟ੍ਰਿਕਟ ਨਾ, ਐਕਚੁਅਲੀ ਸ਼ਹੀਦ ਭਗਤ ਸਿੰਘ ਦੀ ਫੈਮਿਲੀ ਵੀ ਨਾ ਜਿਸ ਤਰ੍ਹਾਂ ਲੇਟ 19th ਅਰਲੀ 20th ਸੈਂਚੁਰੀ ਜਦੋਂ ਕਨਾਲ ਕਲੋਨੀਆਂ ਬਣੀਆਂ ਨਾ, ਕਨਾਲ ਕਲੋਨੀਆਂ ਨੂੰ ਉਹਨਾਂ ਨੂੰ ਉੱਥੇ ਕਾਸ਼ਤਕਾਰਨ ਕਰਨ ਲਈ, ਉਹਨਾਂ ਨੂੰ ਸੰਭਾਲਣ ਲਈ, ਉਹਨਾਂ ਨੂੰ ਡਿਵੈਲਪ ਕਰਨ ਲਈ ਸੈਂਟਰਲ ਪੰਜਾਬ ਹੈ ਨਾ ਜਿਹੜਾ, ਜਿਸ ਤਰ੍ਹਾਂ ਜਲੰਧਰ ਹੈਗਾ, ਠੀਕ ਹੈ ਨਾ, ਇਹ ਸਾਰਾ ਜਨਰਲ ਗੜ੍ਹ ਹੈ ਸੈਂਟਰਲ ਪੰਜਾਬ ਦਾ, ਹਾਰਟ ਸੈਂਟਰਲ ਪੰਜਾਬ। ਇੱਥੇ ਦੀ ਜਿਹੜੀ ਹਮੇਸ਼ਾ ਪੋਪੂਲੇਸ਼ਨ ਡੈਂਸਿਟੀ ਬਹੁਤ ਹਾਈ ਸੀਗੀ ਹਿਸਟੋਰਿਕਲੀ, ਤੇ ਲੈਂਡ ਹੋਲਡਿੰਗ ਯੂਨਿਟਸ ਬੜੀਆਂ ਛੋਟੀਆਂ ਸੀਗੀਆਂ। ਸੋ ਇਹਨਾਂ ਨੇ ਨਾ ਕਿਸਾਨਾਂ ਨੂੰ, ਮਤਲਬ ਜਿਹੜੇ ਸਪੈਸ਼ਲੀ ਜਿਹੜੇ ਫੌਜੀ ਫੈਮਿਲੀ ਸੀਗੀਆਂ, ਉਹਨਾਂ ਮੋਸਟਲੀ ਸਿੱਖ ਸੀਗੇ, ਉਹਨਾਂ ਨੂੰ ਇਨਕਰੇਜ ਕੀਤਾ ਕਿ ਅਸੀਂ ਤੁਹਾਨੂੰ ਨਾ ਗ੍ਰਾਂਟਾਂ ਦਿੰਦੇ ਹਾਂ ਉੱਥੇ ਜਾ ਕੇ ਨਵੀਆਂ ਕਲੋਨੀਆਂ ਦੇ ਵਿੱਚ, ਲਾਇਲਪੁਰ ਚ, ਮੌਂਟਗਮਰੀ ਚ ਐਟਸੈਟਰਾ, ਉੱਥੇ ਤੁਸੀਂ ਜਾ ਕੇ ਮਤਲਬ ਕਾਸ਼ਤਕਾਰ ਕਰੋ, ਠੀਕ ਹੈ, ਤੇ ਤੁਹਾਨੂੰ ਸਪੋਰਟ ਮਿਲੇਗੀ ਸਾਡੇ ਤੋਂ, ਠੀਕ ਹੈ। ਸੋ ਇਹ ਜਨਰੇਸ਼ਨ ਜਿਹੜੀ ਮੇਰੀ ਗ੍ਰੈਂਡ ਪੇਰੈਂਟਸ ਦੀ ਜਨਰੇਸ਼ਨ ਹੈ ਦੋਨੋਂ ਸਾਈਡਸ ਤੋਂ, ਇਹ ਉੱਠ ਕੇ ਇੱਥੋਂ ਸੈਂਟਰਲ ਪੰਜਾਬ ਤੋਂ ਉੱਥੇ ਗਏ, ਉੱਥੇ ਜਾ ਕੇ ਇਹਨਾਂ ਨੇ ਮਤਲਬ ਖੇਤੀਬਾੜੀ ਕੀਤੀ, ਔਰ 1947 ਲਿਟਰਲੀ 2 ਜਨਰੇਸ਼ਨ ਦੇ ਬਾਅਦ ਵਾਪਸ ਆ ਗਏ, ਜਿੱਥੋਂ ਤੁਰੇ ਸੀ ਉੱਥੇ ਵਾਪਸ ਆ ਗਏ। ਸੋ ਜਿਹੜਾ ਮੇਰਾ ਵਿਰਸਾ ਹੈਗਾ ਉਹ ਹੈਗਾ ਵੈਸਟ ਪਾਕਿਸਤਾਨ ਦਾ, ਠੀਕ ਹੈ, ਕਿ ਉੱਥੇ ਦੇ ਮਤਲਬ ਜਿਹੜਾ ਕਨੈਕਸ਼ਨ ਹੈਗਾ ਮੇਰੀ ਫੈਮਿਲੀ ਦਾ ਬਹੁਤ ਮਤਲਬ ਬੜਾ ਗੂੜਾ ਕਨੈਕਸ਼ਨ ਹੈ। ਔਰ ਮੇਰੇ ਲਈ ਪੰਜਾਬੀ ਹੋਣ ਦੇ ਨਾਤੇ ਤੇ ਜਿਹੜਾ ਇਮੋਸ਼ਨਲ ਜਿਹੜਾ ਕਨੈਕਸ਼ਨ ਹੈ, ਦੇਖੋ ਜੀ, ਆਲਦੋ ਬੇਸ਼ੱਕ ਮੈਂ ਏਥੀਇਸਟ ਹਾਂ ਲੇਕਿਨ ਕਲਚਰਲ ਤੌਰ ਤੇ ਮੈਂ ਸਿੱਖ ਹਾਂ। ਹੁਣ ਸਾਡੇ ਜਿਹੜੀ ਜਿਹੜਾ ਵੈਸਟ ਪੰਜਾਬ ਹੈ ਉਹ ਤਾਂ ਸਾਡੇ ਗੁਰੂਆਂ ਦੀ ਧਰਤੀ ਹੈ, ਠੀਕ ਹੈ। ਜੇ ਤਾਂ ਬਾਬਾ ਬੁੱਲੇ ਸ਼ਾਹ ਦੀ ਧਰਤੀ ਹੈ, ਬਾਬਾ ਫਰੀਦ ਦੀ ਧਰਤੀ ਹੈ, ਠੀਕ ਹੈ ਨਾ, ਉਹ ਤਾਂ ਸਾਡੇ ਖੂਨ ਵਿੱਚ ਚੱਲਦੀ ਹੈ, ਇਸੇ ਤਰ੍ਹਾਂ ਬਾਬਾ ਨਾਨਕ ਦੀ ਹੈ। ਅੱਛਾ, ਇਹ ਮੈਂ ਜ਼ਰੂਰ ਗੱਲ, ਕਿਉਂਕਿ ਮੇਰੇ ਸਲੀਮ ਖਾਨ ਗਿੰਨੀ ਸਾਹਿਬ ਨੇ ਜਿਹੜੇ ਨਾਵਲ ਲਿਖੇ, ਔਰ ਉਸ ਨਾਵਲਾਂ ਨੂੰ ਉਹਨਾਂ ਕਹਾਣੀ, ਹੀ ਵਾਜ਼ ਅ ਸਟੋਰੀ ਰਾਈਟਰ, ਉਹਨਾਂ ਨੇ ਨਾਵਲ ਵੀ ਲਿਖੇ, ਬਾਕੀ ਵੀ ਜਿੰਨਾ ਵੀ ਕੰਮ ਉਹਨਾਂ ਨੇ ਪੰਜਾਬੀ ਦਾ ਕੀਤਾ, ਉਹਦੇ ਵਿੱਚ ਜਦੋਂ ਕਹਾਣੀਆਂ ਮੈਂ ਪੜ੍ਹੀਆਂ, ਉਹਦੇ 'ਚ ਉਹਨਾਂ ਨੇ ਸਾਰਾ ਸਾਂਝੇ ਭਾਈਚਾਰੇ, ਹਿਊਮੈਨਿਟੀ, ਲਵ, ਪੀਸ, ਔਰ ਮੈਂ ਮੇਰੀ ਮਾਂ ਜੀ ਜਿਹੜੇ ਮੇਰੀ ਆਪਣੀ ਅੰਮੀ ਜਾਨ ਜਦੋਂ ਬੈਠਦੇ ਸੀ ਉਹ ਗੱਲ ਹੀ ਕਰਦੇ ਹੁੰਦੇ ਸੀ। ਸਾਡੇ ਜਲੰਧਰ ਚ ਇੰਝ ਹੁੰਦਾ ਸੀ, ਸਾਡੇ ਗੁਰਦਾਸਪੁਰ ਚ ਉਹਨਾਂ ਦਾ ਉਹ ਟਾਈਮ ਸੀ ਜਦੋਂ ਜਲੰਧਰ ਆਪਣੇ ਮੁਸਲਮਾਨਾਂ ਵਾਸਤੇ ਇੱਕ ਜੰਨਤ ਸੀ, ਸ਼ੰਗਰੀਲਾ ਸੀ। ਮੈਂ ਤੁਹਾਡੇ ਕੋਲ ਲੌਸਟ ਸਿਵਲਾਈਜੇਸ਼ਨ ਜਿਹੜੀ ਹੈ ਉਹਦੇ ਬਾਰੇ ਜਾਣਨਾ ਚਾਹਾਂਗੀ ਕਿ ਤੁਹਾਡੇ ਕੀ ਵਿਚਾਰ ਨੇ ਤੇ ਤੁਸੀਂ ਕੀ ਸਮਝਦੇ ਹੋ ਕਿ ਮੈਂ ਇਸ ਪਾਸੇ ਦੇ ਪੰਜਾਬ ਦੀ ਇੱਕ ਤੁਹਾਡੀ ਭੈਣ, ਤੁਸੀਂ ਮੇਰੇ ਉਸ ਪਾਸੇ ਦੇ ਇੱਕ ਵੀਰ ਭਰਾ, ਤੇ ਹੁਣ ਅਸੀਂ ਦੋਵੇਂ ਹੀ ਇੱਥੇ ਇੰਗਲੈਂਡ 'ਚ ਆਪਣੀ ਨਸੀਬ ਨਾਲ, ਰੋਜ਼ੀ ਰੋਟੀ ਨਾਲ, ਜਿਸ ਵੀ ਤਰ੍ਹਾਂ ਇਹ ਵੀ ਸਾਡਾ ਵਤਨ ਬਣ ਗਿਆ। ਬਟ ਕਿਉਂ ਜ਼ਰੂਰੀ ਹੈ ਕਿ ਪੰਜਾਬੀ ਜਿਹੜੇ ਨੇ ਆਪਣੀ ਲੌਸਟ ਸਿਵਲਾਈਜੇਸ਼ਨ ਨੂੰ ਔਰ ਡਿਸਕਵਰ ਕਰੀਏ ਔਰ ਅੱਗੇ ਆਪਣੀਆਂ ਜਨਰੇਸ਼ਨ ਨੂੰ ਦੱਸੀਏ ਕਿ ਅਸੀਂ ਕੀ ਹਾਂ? ਦੇਖੋ, ਤੁਸੀਂ ਜਲੰਧਰ ਦੀ ਗੱਲ ਕੀਤੀ, ਜਸਟ ਗਿਵ ਮੀ 1 ਮਿੰਟ, ਮੈਂ ਤੁਹਾਨੂੰ ਦੱਸਦਾ ਉਦਾਹਰਨ ਦੇਣਾ। ਆ ਦੇਖੋ ਮੇਰੇ ਕੋਲ ਪਿੱਛੇ ਮੇਰੇ ਕੋਲ ਕਿਤਾਬ ਪਈ ਹੈ, ਇਟਸ ਕਾਲਡ ਰੈਮਨੈਂਟਸ ਆਫ ਸੈਪਰੇਸ਼ਨ, ਤੇ ਇਹ ਨਾ ਇਹ ਹੈਗੀ ਹੈ, ਇਹ ਰੈਮਿਨਿਸੈਂਸ ਹੈ ਜਿਹਨਾਂ ਦੀ ਜਨਰੇਸ਼ਨ, ਜਿਸ ਤਰ੍ਹਾਂ ਤੁਹਾਡੇ ਪੈਰੈਂਟਸ ਦੀ ਜਨਰੇਸ਼ਨ, ਜਿਸ ਤਰ੍ਹਾਂ ਮੇਰੇ ਪੈਰੈਂਟਸ ਦੀ ਜਨਰੇਸ਼ਨ। ਤੇ ਇਹ ਕਿਤਾਬ ਨਾ ਇਟਸ ਅਬਾਊਟ ਕਿ ਇੱਕ ਤੁਸੀਂ ਆਬਜੈਕਟ ਤੁਸੀਂ ਕੀ ਲੈ ਕੇ ਆਏ ਉੱਥੋਂ,
ਪਾਕਿਸਤਾਨ ਤੋਂ ਜੋ ਤੁਰੇ ਸੀਗੇ ਜਾਂ ਤੁਸੀਂ ਜਲੰਧਰ ਤੋਂ ਤੁਰੇ ਸੀ, ਕੀ ਜਦੋਂ ਮੈਂ ਕਿਤਾਬ ਪੜ੍ਹੀ ਤੇ ਮੈਨੂੰ ਉਦੋਂ ਪਹਿਲੀ ਵਾਰ ਅਹਿਸਾਸ ਹੋਇਆ, ਮੈਨੂੰ ਪਤਾ ਸੀ ਕਿਉਂਕਿ ਮੈਂ ਹਿਸਟੋਰੀਅਨ ਆ ਤੇ ਮੈਨੂੰ ਕਾਫੀ ਅਰਸੇ ਤੋਂ ਪਤਾ ਹੈਗਾ ਕਿ ਜਲੰਧਰ ਦੀ ਜਿਹੜੀ ਪੋਪੂਲੇਸ਼ਨ ਸੀ, ਮੈਜੋਰਿਟੀ ਪੋਪੂਲੇਸ਼ਨ ਮੁਸਲਮਾਨ ਸੀਗੀ, ਠੀਕ ਹੈ। ਔਰ ਦੂਜੀ ਬੜੀ ਟ੍ਰੈਜੇਡੀ ਦੀ ਗੱਲ ਹੈ ਕਿ ਅਖੀਰਲੇ ਦਮ ਤੱਕ ਉਹਨਾਂ ਨੇ ਕਦੀ ਇਹ ਸੋਚਿਆ ਹੀ ਨਹੀਂ ਸੀਗਾ ਕਿ ਜਲੰਧਰ ਹਿੰਦੁਸਤਾਨ ਵਿੱਚ ਪਏਗਾ, ਕਿਸੇ ਨੇ ਵੀ ਨਹੀਂ ਸੀ ਸੋਚਿਆ ਉਸ ਵੇਲੇ, ਰੀਅਲੀ, ਠੀਕ ਹੈ। ਔਰ ਜਦੋਂ ਮੈਂ ਕਿਤਾਬ ਪੜ੍ਹੀ ਤੇ ਮੈਨੂੰ ਉਦੋਂ ਪਤਾ ਚੱਲਿਆ ਕਿ ਇੰਨੇ ਜਿਹੜੇ ਮੁਸਲਮਾਨ ਹੈ ਜਿਹੜੇ ਜਲੰਧਰ ਤੋਂ ਜਿਹੜੇ ਗਏ ਸੀ, ਉਹਨਾਂ ਦੇ ਜਿਹੜੇ ਐਂਸੈਸਟਰ ਸੀਗੇ, ਉਹਨਾਂ ਨੇ ਜਲੰਧਰ ਕਿਸੇ ਹੋਰ ਸ਼ਹਿਰ ਤੋਂ ਬਹੁਤ ਜ਼ਿਆਦਾ ਜਿਸ ਤਰ੍ਹਾਂ ਜੰਨਤ ਸੀ, ਜਲੰਧਰ ਵਾਸ ਲਾਈਕ ਅ ਲੌਸਟ ਪੈਰਾਡਾਈਜ਼। ਤੇ ਉਦੋਂ ਵੀ ਜਿਹੜੀ ਪੁਰਾਣੀ ਜਨਰੇਸ਼ਨ ਹੁਣ ਵੀ ਜਦੋਂ ਗੱਲ ਕਰਦੇ ਸੀ ਨਾ ਜਲੰਧਰ ਬਾਰੇ ਇਸ ਕਿਤਾਬ ਦੇ ਵਿੱਚ, they spoke with ਇੰਨੀ ਇਮੋਸ਼ਨ ਦੇ ਨਾਲ, ਇੰਨੀ ਗੂੜੀਅਤ ਦੇ ਨਾਲ ਨਾ ਕਿ ਈਵਨ ਕਿ ਮੇਰੇ ਵਰਗੇ ਬੰਦੇ ਨੂੰ ਨਾ ਕਈ ਵਾਰ ਮਤਲਬ ਮੇਰੀਆਂ ਵੀ ਕਈ ਵਾਰ ਅੱਖਾਂ ਭਰੀਆਂ ਹੁੰਦੀਆਂ ਸੀਗੀਆਂ। ਔਰ ਸਾਰੇ ਦੇ ਸਾਰੇ ਉਹ ਜਨਰੇਸ਼ਨ ਸਾਰੇ ਦੇ ਸਾਰੇ ਤੇ ਉਹ ਸਪੀਕ ਅਬਾਊਟ ਜਿਸ ਤਰ੍ਹਾਂ ਸਾਡਾ ਕੰਪੋਜ਼ਾਈਟ ਕਲਚਰ ਜਿਹੜਾ ਸਾਡਾ ਸਾਂਝਾ ਵਿਰਸਾ ਹੈਗਾ, ਠੀਕ ਹੈ ਨਾ। ਹੁਣ ਜਦੋਂ ਪਾਰਟੀਸ਼ਨ ਬਾਰੇ ਅਸੀਂ ਸੋਚਦੇ ਹਾਂ, ਲੋਕ ਇਹ ਸੋਚਦੇ ਕਿ ਹਾਂ ਜੀ ਸਾਰਿਆਂ ਨੇ ਹਿੰਦੂਆਂ ਨੇ, ਮੁਸਲਮਾਨਾਂ ਨੇ, ਸਿੱਖਾਂ ਨੇ ਜੀ ਇੱਕ ਦੂਜੇ ਦੇ ਕਤਲੇਆਮ ਸ਼ੁਰੂ ਕਰ ਦਿੱਤਾ, ਇਹ ਕੀਤਾ ਉਹ ਕੀਤਾ, ਠੀਕ ਹੈ, ਵਿਚ ਇਜ਼ ਵੈਰੀ ਟਰੂ ਟੂ ਸਮ ਐਕਸਟੈਂਟ। ਲੇਕਿਨ ਸਾਰੇ ਇੱਕ ਗੱਲ ਨੂੰ ਭੁੱਲਦੇ ਆ, ਉਹ ਇਹ ਹੈ ਕਿ ਜਿਹੜੀ ਪਾਰਟੀਸ਼ਨ ਸੀ, ਜਿਹੜੀ ਵਾਇਲੈਂਸ ਸੀਗੀ, ਜਿਹੜੀ ਖੂਨ ਖਰਾਬਾ ਸੀ, ਇਟ ਵਾਸ ਅਨਯੂਜੂਅਲ ਫॉर द मोस्ट पार्ट। ਲੋਕ ਇਕੱਠੇ ਰਹਿੰਦੇ ਸੀਗੇ। ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹਨਾਂ ਦੀ ਮਜ਼ਹਬ ਇੱਕੋ ਜਿਹੇ ਸੀ, ਸਾਰਿਆਂ ਦੇ ਮਜ਼ਹਬ ਦੇ ਤੌਰ ਤੇ, ਠੀਕ ਹੈ, देयर वर सम डिफरेंसेस, ਲੇਕਿਨ ਜਿਹੜੀ ਅੰਡਰਸਟੈਂਡਿੰਗ ਮਜ਼ਹਬ ਦੀ ਨਾ, ਜਿਹੜੀ ਅੰਡਰਸਟੈਂਡ ਲਿਵਡ ਰਿਲੀਜਨ, ਜਿਹਨੂੰ ਕਹਿੰਦੇ ਲਿਵਡ ਰਿਲੀਜਨ, ਲਿਵਡ ਰਿਲੀਜਨ ਸੀ ਨਾ, ਉਹ ਸੀ ਗਿਵ ਐਂਡ ਟੇਕ, ਠੀਕ ਹੈ ਨਾ। ਉਹਦਾ ਜਿਹੜਾ ਅਸਰ ਸੀਗਾ ਸਾਡੇ ਜਿਹੜੇ ਫੈਸਟੀਵਲ ਸੀਗੇ, ਠੀਕ ਹੈ, ਸਾਡੀ ਜਿਹੜੀ ਜ਼ੁਬਾਨ ਸੀ, ਮੈਂ ਉਦਾਹਰਨ ਦੇਣਾ, ਮੈਨੂੰ ਹੁਣੇ ਗੱਲ ਯਾਦ ਆਈ ਹੈ, ਬਾਬਾ ਜੀ ਦੀ ਜਿਹੜੀ ਜਨਰੇਸ਼ਨ ਸੀਗੀ, ਉਹਨਾਂ ਨੇ ਕਹਿਣਾ ਖੈਰ ਸਾਲਾ, ਜਿਹੜਾ ਲਫ਼ਜ਼ ਹੈ ਖੈਰ ਸਾਲਾ that comes from Islam, ਠੀਕ ਹੈ ਨਾ। ਇਹ ਜਿਹੜਾ ਲਫ਼ਜ਼ ਖੈਰ ਸਾਲਾ ਹੁਣ ਪੰਜਾਬ 'ਚ ਕੋਈ ਨਹੀਂ ਇਸਤੇਮਾਲ ਕਰਦਾ ਹੈਗਾ, ਠੀਕ ਹੈ ਨਾ। ਸੋ ਜਦੋਂ ਦੋਨੋਂ ਟੁੱਟ ਗਏ ਨਾ, ਜਿਹੜੀ ਸਾਡੀ ਜ਼ੁਬਾਨ ਹੈ, ਜ਼ੁਬਾਨ ਵੀ ਹੌਲੀ ਹੌਲੀ ਵੱਖਰੀ ਹੋ ਜਾਏਗੀ, ਜੇ ਅਸੀਂ ਨਾ ਕੁਝ ਕਰੀਏ। ਜਿਹੜੇ ਸਾਡੇ ਟ੍ਰੈਡੀਸ਼ਨ ਸੀਗੇ, ਹੁਣ ਤੁਹਾਨੂੰ ਪਤਾ ਹੈਗਾ ਕਿ ਲਾਹੌਰ ਦੇ ਵਿੱਚ, ਪਾਕਿਸਤਾਨ ਦੇ ਵਿੱਚ ਕਾਫੀ ਅਰਸੇ ਤੋਂ ਮਤਲਬ ਕੋਸ਼ਿਸ਼ ਕਰ ਰਹੇ ਕਿ ਜਿਹੜੀ ਪਤੰਗਬਾਜ਼ੀ ਹੈ ਬਸੰਤ ਤੇ, ਉਹਨੂੰ ਬੰਦ ਕਰੀਏ, ਠੀਕ ਹੈ ਨਾ। ਉਹ ਮਤਲਬ ਉਹ ਜਿਹੜਾ ਉਹ ਸ਼ੇਅਰਡ ਕਲਚਰ ਸੀਗਾ। ਲੋਹੜੀ ਜਿਹੜੀ ਹੈ, ਠੀਕ ਹੈ ਨਾ, ਹੁਣ ਮੈਂ ਲੋਕਾਂ ਨੂੰ ਦੱਸਦਾ ਕਿ ਲੋਹੜੀ ਦਾ ਮਤਲਬ ਹੀ ਇਹ ਹੈ, ਲੋਹੜੀ ਇਜ਼ ਦ ਮੋਸਟ ਕੰਪੋਜ਼ਾਈਟ, ਕਿ ਦੁੱਲਾ ਭੱਟੀ। ਪਤਾ ਲੱਗਾ ਕਿ ਸਾਡੇ ਪਿੰਡ ਦੇ ਲਾਗੇ ਦੀਆਂ ਦੋ ਕੁੜੀਆਂ, ਇਹ ਜਿਹੜਾ ਜ਼ਮੀਂਦਾਰ ਹੈ, ਉਹਨਾਂ ਨੂੰ ਕਿਡਨੈਪ ਕਰ ਲਿਆ, ਉਹਨੇ ਚੁੱਕ ਲਿਆ ਉਹਨਾਂ ਨੂੰ, ਠੀਕ ਹੈ। ਕੀ ਕੀਤਾ ਦੁੱਲੇ ਨੇ? ਦੁੱਲਾ ਗਿਆ ਉੱਥੇ ਜਾ ਕੇ ਜ਼ਮੀਂਦਾਰ ਦੀ ਹਵੇਲੀ, ਉਹਨੇ ਅਟੈਕ ਕੀਤੀ, ਉੱਥੋਂ ਕੁੜੀਆਂ ਨੂੰ ਲੈ ਕੇ ਆਇਆ, ਜੰਗਲ 'ਚ ਲੈ ਆਇਆ। ਕੁੜੀਆਂ ਦੀ ਸ਼ਾਦੀ ਹੋਣ ਵਾਲੀ ਸੀਗੀ ਤੇ ਦੁੱਲੇ ਨੂੰ ਪਤਾ ਨਹੀਂ ਸੀ ਕਿ ਮੈਂ ਕਰਨਾ ਕੀ ਹੈ, ਵੀ ਇਹਨਾਂ ਦੀ ਸ਼ਾਦੀ ਕਿਵੇਂ ਕਰਾਂ, ਲੈ ਤੇ ਆਇਆ ਕੁੜੀਆਂ ਨੂੰ, ਮੈਂ ਇਹਨਾਂ ਦੀ ਸ਼ਾਦੀ ਕਿਵੇਂ ਕਰਾਂ। ਉਹ ਦੁੱਲੇ ਨੇ ਕੀਤਾ, ਅੱਗ ਬਾਲੀ ਜੰਗਲ ਦੇ ਵਿੱਚ, ਠੀਕ ਹੈ। ਤੇ ਉਹ ਦੁੱਲੇ ਨੂੰ ਪਤਾ ਸੀ ਕਿ ਜਦੋਂ ਹਿੰਦੂਆਂ ਦੇ ਜੇ ਸ਼ਾਦੀ ਹੁੰਦੀ ਨਾ, ਕਿ ਉਹ ਅੱਗ ਦੇ ਆਲੇ ਦੁਆਲੇ ਮਤਲਬ ਕਰਦੇ ਹੈਗੇ। ਇਸੇ ਲਈ ਸਾਡਾ ਬਚਪਨ ਤੋਂ ਜਿਹੜਾ ਅਸੀਂ ਸਾਨੂੰ ਯਾਦਾਸ਼ਤ ਹੈ, ਦੁੱਲਾ ਭੱਟੀ ਵਾਲਾ, ਉਹ ਦੁੱਲੇ ਧੀ ਵਿਆਹੀ, ਉਹ ਸੇਰ ਸ਼ੱਕਰ ਪਾਈ, ਹੈ ਨਾ। ਕਿ ਜਿਹੜਾ ਲੋਹੜੀ ਹੈ ਉਹ ਕੰਪੋਜ਼ਾਈਟ ਕਲਚਰ। ਹੁਣ ਮੈਨੂੰ ਪਤਾ ਕਿ ਪਾਕਿਸਤਾਨ, ਜਦ ਮੈਂ ਪਾਕਿਸਤਾਨੀ ਯਾਰਾਂ ਦੋਸਤਾਂ ਨੂੰ ਪੁੱਛਦਾ, ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਲੋਹੜੀ ਬਾਰੇ, ਠੀਕ ਹੈ ਨਾ। ਹੁਣ ਪਾਲ ਸਾਹਿਬ ਸਟਾਰਟ ਹੋ ਗਿਆ, ਸ਼ੁਰੂ ਹੋ ਰਿਹਾ, ਹਾਂਜੀ ਹਾਂ। ਮੇਰੇ ਕਹਿਣ ਦਾ ਮੈਂ ਲੰਮੀ ਚੌੜੀ ਗੱਲ ਤੋਂ ਮੋਟੀ ਗੱਲ ਇਹ ਹੈ ਕਿ ਉਹ ਜਿਹੜੀ ਲੌਸਟ ਸਿਵਲਾਈਜੇਸ਼ਨ ਹੈ, ਇਸ ਦੇਖੋ ਜਦੋਂ ਹੁਣ ਦੇਖੋ ਅਸੀਂ ਇੱਥੇ ਇੰਗਲੈਂਡ 'ਚ ਰਹਿੰਦੇ ਭੈਣ ਜੀ, ਤੁਸੀਂ ਤੇ ਮੈਂ, ਠੀਕ ਹੈ ਨਾ। ਜੇ ਅਸੀਂ ਬਿਲਕੁਲ ਹੀ ਵੱਖ ਹੋਈਏ, ਨਾ ਤੁਹਾਨੂੰ ਮੇਰੀ ਸਮਝ ਆਉਣੀ ਹੈ, ਨਾ ਮੈਨੂੰ ਤੁਹਾਡੀ ਸਮਝ ਆਉਣੀ ਹੈ। ਹੁਣ ਜਦੋਂ ਕੋਈ ਤੁਹਾਡੇ ਖਿਆਲ ਨੇ, ਤੁਸੀਂ ਸੋਚਦੇ ਯਾਰ ਇਹ ਰਾਜ ਨੇ ਫਲਾਣੀ ਗੱਲ ਗਈ ਸੀ, ਮੈਨੂੰ ਸਮਝ ਨਹੀਂ ਆਉਂਦੀ, ਸਹੀ ਗੱਲ ਹੈ ਕਿ ਨਹੀਂ ਸਹੀ ਗੱਲ ਹੈ। ਫਿਰ ਨਾ ਤੁਸੀਂ ਆਪਣਾ ਦਿਮਾਗ ਲਾਉਂਦੇ ਹੋ, ਆਪਣੀ ਸੋਚ ਨਹੀਂ ਲਾਉਂਦੇ, ਤੁਸੀਂ ਕਹਿੰਦੇ ਸ਼ਾਇਦ ਠੀਕ ਹੀ ਹੋਵੇ। ਸੋ ਤੁਹਾਡੀ ਸੋਚ ਬਦਲ ਜਾਂਦੀ ਹੈ। ਮੈਂ ਸੋਚਦਾ, ਮੈਂ ਕਿਹਾ ਯਾਰ ਇਹਨਾਂ ਨੇ ਭੈਣ ਜੀ ਨੇ ਮੈਂ ਗੱਲ ਚਾਰ ਪੰਜ ਵਾਰ ਕੀਤੀ ਹੈ, ਇਹਨਾਂ ਨੇ ਫਲਾਣੀ ਗੱਲ ਕਹੀ, ਮੈਂ ਇਹਦੇ ਬਾਰੇ ਕਦੀ ਸੋਚਿਆ ਹੀ ਨਹੀਂ ਸੀਗਾ। ਹੁਣ ਜੇ ਤੁਸੀਂ ਵੀ ਸੋਚਿਆ, ਮੈਂ ਵੀ ਸੋਚਿਆ, ਤਾਂ ਹੀ ਸੋਚਿਆ ਨਾ ਕਿ ਅਸੀਂ ਇੱਕ ਦੂਜੇ ਨੂੰ ਮਤਲਬ ਮਿਲਦੇ ਹੈਗੇ ਆ, ਠੀਕ ਹੈ ਨਾ। ਸਾਡੇ ਜਿਹੜੀਆਂ ਹੈਗੀਆਂ ਜਿਹੜੇ ਡਿਫਰੈਂਸਿਸ ਨੇ, ਜਾਂ ਮਿਸਅੰਡਰਸਟੈਂਡਿੰਗਸ ਨੇ, ਉਹ ਹੌਲੀ ਹੌਲੀ ਖਤਮ ਹੁੰਦੀਆਂ ਨੇ। ਇਸ ਲਈ ਮੈਂ ਚਾਹੁੰਦਾ ਕਿ ਸਾਡਾ ਜਿਹੜਾ ਵਿਰਸਾ, ਜਿਹੜਾ ਪੰਜਾਬੀ ਵਿਰਸਾ, ਮੇਰੀ ਜਿਹੜੀ ਆਈਡੈਂਟੀਟੀ ਹੈ, ਪ੍ਰਾਇਮਰੀਲੀ ਮੇਰੀ ਆਈਡੈਂਟੀਟੀ ਐਜ਼ ਅ ਪੰਜਾਬੀ, not even as a ਪੰਜਾਬੀ ਸਿੱਖ, ਹੈਗੀ ਐਜ਼ ਅ ਪੰਜਾਬੀ,
ਠੀਕ ਹੈ ਨਾ, ਉਹ ਮੇਰੇ ਦਾਦਿਆਂ ਪੜਦਾਦਿਆਂ ਦਾ, ਮੇਰੇ ਪੜਨਾਨਿਆਂ ਦਾ ਕਲਚਰ ਸੀਗਾ, ਠੀਕ ਹੈ ਨਾ। ਸੋ ਮੈਂ ਚਾਹੁੰਦਾ ਕਿ ਅਸੀਂ ਉਹਨੂੰ ਹੌਲੀ ਹੌਲੀ ਉਹਨੂੰ ਪਿਆਰ ਨਾਲ, ਜਿਸ ਤਰ੍ਹਾਂ ਇੱਕ ਪੌਦਾ ਨਾ ਜਿਹੜਾ ਗਰਮੀ ਵਿੱਚ ਜਿਹਨੂੰ ਪਾਣੀ ਨਹੀਂ ਕਿਸੇ ਨੇ, ਜਿਹਨੂੰ ਸਿੰਜਿਆ ਨਹੀਂ ਚੰਗੀ ਤਰ੍ਹਾਂ ਕਿਸੇ ਨੇ, ਜਿਸ ਤਰ੍ਹਾਂ ਇਹ ਸ਼ਿਵ ਕੁਮਾਰ ਬਟਾਲਵੀ ਦੇ ਲਫ਼ਜ਼ ਹੋਣਗੇ ਇਹੋ ਜਿਹੇ, ਜਿਹਨੂੰ ਮੈਂ ਕੰਡਿਆਲੀ ਤੋਰ ਵੇ ਮਿੱਤਰਾ, ਜਿਹਨੂੰ ਕਦੀ ਕਿਸੇ ਨੇ ਦੇਖਿਆ ਨਹੀਂ ਹੈਗਾ। ਅਸੀਂ ਚਾਹੁੰਦੇ, ਮੈਂ ਚਾਹੁੰਦਾ ਹੈਗਾ ਕਿ ਅਸੀਂ ਉਹਨੂੰ ਹੌਲੀ ਹੌਲੀ ਇਹਨੂੰ ਸਿੰਜੀਏ, ਕਿ ਅਸੀਂ ਸੋਚੀਏ ਬੇਸ਼ੱਕ ਸਾਡੇ 'ਚ ਬਾਰਡਰ ਹੈਗਾ, ਲੇਕਿਨ ਜਿਹੜਾ ਸਾਡਾ ਕਲਚਰ ਹੈ, ਸਾਡਾ ਵਿਰਸਾ ਇੱਕੋ ਜਿਹਾ ਹੈ। ਪਿਆਰ, ਇਨਸਾਨੀਅਤ ਤੇ ਜਿਹੜਾ ਸਾਂਝੀ ਜਿਹੜਾ ਹੈਗਾ ਨਾ, ਜਿਹੜਾ ਕਿ ਅਸੀਂ, ਸਾਡਾ ਗਿੰਮੀ ਟੀਵੀ UK ਦਾ ਵੀ ਮਕਸਦ ਜਿਹੜਾ ਵਾ, ਮੋਟੋ ਵੀ ਇਹੀ ਹੈ ਕਿ ਅਸੀਂ ਕਿਤੇ ਵੀ ਬੈਠੇ, ਪਹਿਲੇ ਅਸੀਂ ਪੰਜਾਬੀ ਹਾਂ, ਅਸੀਂ ਇਨਸਾਨ ਹਾਂ, ਸਾਡਾ ਖੂਨ ਦਾ ਰੰਗ ਵੀ ਇੱਕ ਹੀ ਹੈ। ਅਸੀਂ ਜਿਹੜਾ ਉਹ ਸਿਵਲਾਈਜੇਸ਼ਨ ਦੀ ਮੈਂ ਜਿਹੜੀ ਗੱਲ ਕੀਤੀ ਸੀ, ਉਹ ਮੈਂ ਐਕਚੁਅਲੀ ਜਿਹੜਾ ਦੇਖੋ ਇਹ ਕਰੋਨਾ ਦੇ ਹਾਲਾਤ ਦੇ ਵਿੱਚ ਵੀ ਜਿਹੜੇ ਸਾਡੇ ਪਾਕਿਸਤਾਨ ਦੇ ਸਰਕਾਰ, ਇਮਰਾਨ ਹਕੂਮਤ ਨੇ ਜਿਹੜਾ ਉੱਥੇ ਦੇਖੋ ਭਾਈਚਾਰੇ ਦੇ ਤੌਰ ਦੇ ਉੱਤੇ ਕੁਝ ਵੀ ਹੋਇਆ, ਹਾਲਾਂਕਿ ਤੁਹਾਨੂੰ ਮੈਂ ਦੱਸਾਂ ਇਹ ਹਲੇ ਉੱਥੇ ਭੇਜਿਆ ਉਹਨਾਂ ਨੇ, ਇਹਦੀ ਫਾਊਂਡੇਸ਼ਨ ਨੇ ਵੀ ਭੇਜਿਆ। ਤੁਸੀਂ ਇਹਨੂੰ ਕਿਸ ਤਰ੍ਹਾਂ ਲਵੋਗੇ ਜਿਹੜਾ ਕਿ ਪਾਕਿਸਤਾਨੀ ਸਰਕਾਰ ਨੇ ਕੋਰੋਨਾ ਵਾਇਰਸ 'ਚ ਜਿਸ ਤਰ੍ਹਾਂ ਇੱਕ ਹਮਸਾਇਆ, ਇਨਸਾਨੀਅਤ, ਭਾਈਚਾਰੇ ਦੀ ਜਿਹੜੀ ਇੱਕ ਫਜ਼ਾ ਨੂੰ ਔਰ ਆਪਣਾ ਰੋਲ ਇੱਕ ਪੋਜ਼ਿਟਿਵ ਜਿਹੜਾ ਅਦਾ ਕੀਤਾ ਹੈਗਾ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਦੇਖੋ, ਜਿਹੜਾ ਮੋਟਾ ਵਿਚਾਰ ਇਹ ਹੈਗਾ, ਪਾਰਟੀਸ਼ਨਿਜ਼ਮ is a part of history, it's a fact of life, ਠੀਕ ਹੈ ਨਾ। ਬਟ ਇਟ ਨੀਡ ਨਾਟ ਨੈਸੈਸਰਲੀ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਿਲਕੁਲ ਹੀ ਮਤਲਬ ਇੱਕ ਤੋਂ ਅਲੱਗ ਰਹੋ। ਇੱਥੇ ਵੀ ਬਾਰਡਰ ਹੈਗੇ ਨੇ, ਯੂਰਪ ਵੀ ਬਾਰਡਰ ਹੈਗੇ ਨੇ, ਠੀਕ ਹੈ ਨਾ। ਫਰਾਂਸ, ਬੈਲਜੀਅਮ, ਇਹਨਾਂ ਸਾਰੇ ਮੁਲਕਾਂ 'ਚ ਬਾਰਡਰ ਹੈ ਨੇ, ਠੀਕ ਹੈ ਨਾ। ਜਰਮਨੀ, ਤੁਸੀਂ ਯੂ ਜਸਟ ਗੋ ਸਟ੍ਰੇਟ ਥਰੂ ਦਮ, ਠੀਕ ਹੈ ਨਾ। ਸੋ ਮੇਰੇ ਲਈ, ਮੇਰਾ ਖਿਆਲ ਹਮੇਸ਼ਾ ਸ਼ੁਰੂ ਤੋਂ ਇਹ ਹੈ ਕਿ ਇਟਸ ਨਾਟ ਅਬਾਊਟ ਪਾਰਟੀਸ਼ਨ, ਇਟਸ ਨਾਟ ਅਬਾਊਟ ਬੋਰਡਰਸ, ਇਹ ਨਹੀਂ ਕਿ ਅਨਡੂ ਪਾਰਟੀਸ਼ਨ, ਦੈਟਸ ਅ ਫੈਕਟ ਆਫ ਲਾਈਫ। ਲੇਕਿਨ ਅਸੀਂ ਇੱਕ, ਜੇ ਸਾਡਾ ਵਿਰਸਾ ਹੀ ਇਹੋ ਜਿਹਾ ਹੈਗਾ, ਸਪੈਸ਼ਲੀ ਪੰਜਾਬੀਆਂ ਦਾ, ਸਾਨੂੰ ਉਹੋ ਜਿਹਾ ਮਾਹੌਲ ਚਾਹੀਦਾ, ਸਾਨੂੰ ਉਹੋ ਜਿਹੀ ਸੈਟਲਮੈਂਟ ਚਾਹੀਦੀ ਹੈ ਜਿਸ 'ਚ ਬੇਸ਼ੱਕ ਬਾਰਡਰ ਹੈਗੇ ਆ, ਪਰ ਜਿਸ ਤਰ੍ਹਾਂ ਪਤਾ ਨਹੀਂ, ਮੈਨੂੰ ਯਾਦ ਨਹੀਂ ਕਿਹਨੇ ਕਿਹਾ ਸੀਗਾ ਕਿ ਮੇਰੀ ਜਿਹੜੀ ਖਾਹਿਸ਼ ਹੈ, ਜਿਹੜਾ ਮੇਰਾ ਸੁਪਨਾ ਹੈ, ਉਹ ਹੈ ਕਿ ਮੈਂ ਸਵੇਰ ਦਾ ਨਾਸ਼ਤਾ ਅੰਮ੍ਰਿਤਸਰ ਕਰਕੇ ਦੁਪਹਿਰ ਦੀ ਰੋਟੀ ਮੈਂ ਲਾਹੌਰ ਖਾਵਾਂ, ਠੀਕ ਹੈ ਨਾ। ਸੋ ਮੈਂ ਚਾਹੁੰਦਾ ਕਿ ਵੀ ਹੈਵ ਪੋਰਸ ਬਾਰਡਰਸ, ਠੀਕ ਹੈ ਨਾ, ਜਿਸ 'ਚ ਜਿਹੜੀ ਮੂਵਮੈਂਟ ਆਫ ਪੀਪਲਸ, ਹੁਣ ਅਸੀਂ ਪੰਜਾਬੀ ਜਿਹੜੇ ਮੁਸਲਮਾਨ ਜਾਂ ਪਾਕਿਸਤਾਨੀ, ਇੰਡੀਅਨ ਪੰਜਾਬੀ ਇੱਥੇ ਹੈਗੇ, ਅਸੀਂ ਇੱਕ ਦੂਜੇ ਵਿੱਚ, ਅਸੀਂ ਇੱਕ ਦੂਜੇ ਦੇ ਘਰਾਂ ਜਾਂਦੇ ਹਾਂ, ਇੱਕ ਦੂਜੇ ਨਾਲ ਬਹਿੰਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਠੀਕ ਹੈ ਨਾ। ਹੁਣ ਮੈਂ ਇੰਡੀਆ ਕਈ ਵਾਰ ਜਾਂਦਾ, ਮੈਂ ਉੱਥੇ ਨੋਟਿਸ ਕਰਦਾ ਕਿ ਪਾਰਟਿਕੂਲਰ ਜਿਹੜੇ BJP ਟਾਈਪ ਜਿਹੜੇ ਲੋਕ ਹੈਗੇ ਨੇ, ਉਹ ਕਈ ਵਾਰ ਗੱਲਾਂ ਕਰਦੇ। ਮੈਂ ਉਹਨਾਂ ਨੂੰ ਕਈ ਵਾਰ ਪੁੱਛਿਆ, ਤੁਹਾਡਾ ਵੀ ਤੁਸੀਂ ਬੜਾ ਕੁਝ ਕਹਿ ਰਹੇ ਹੋ, ਤੁਹਾਡੇ ਕਿੰਨੇ ਕੁ ਮੁਸਲਮਾਨ ਵਾਕਿਫ ਹੈਗੇ ਨੇ? ਹਮੇਸ਼ਾ ਇਹ ਲੱਗਦਾ ਉਹਨਾਂ ਦਾ ਕੋਈ ਮੁਸਲਮਾਨ ਵਾਕਿਫ ਨਹੀਂ। ਮੈਂ ਕਿਹਾ ਤਾਂ ਵੀ ਜੇ ਤੁਹਾਡੇ ਪ੍ਰੈਜੁਡਿਸਿਸ ਹੈ ਉਹ ਸਾਰੇ ਹੈਗੇ, ਪਰ ਤੁਸੀਂ ਕਦੇ ਕਿਸੇ ਮੁਸਲਮਾਨ ਨੂੰ ਮਿਲੇ ਨਹੀਂ ਹੈਗੇ। ਲੇਕਿਨ ਜਿਹੜੇ ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਜਿਹੜੇ ਮੇਰੇ ਦੋਸਤ ਨੇ, ਮੈਂ ਕਿਹਾ ਮੇਰੇ ਮੁੰਡੇ ਦਾ ਨਾਮ, ਮੇਰੇ ਬੱਚੇ ਦਾ ਨਾਮ ਕਬੀਰ ਹੈ, ਠੀਕ ਹੈ, ਤੇ ਲੋਕ ਸਾਰੇ ਸੋਚਦੇ ਵੀ ਮੁੰਡਾ ਮੁਸਲਮਾਨ ਹੈ। ਮੈਂ ਕਿਹਾ ਸਾਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਨਾਲ ਹੈਗਾ, ਠੀਕ ਹੈ ਨਾ। ਮੈਂ ਕਿਹਾ ਅਸੀਂ ਕਬੀਰ ਤਾਂ ਹੀ ਲਫ਼ਜ਼, ਮਤਲਬ ਉਹਦਾ ਅਸੀਂ ਉਹਦੀ ਮਾਂ ਨੇ, ਉਹਦੀ ਮਾਂ ਬੇਸ਼ੱਕ ਗੋਰੀ, ਉਹਦੀ ਮਾਂ ਨੇ ਚੂਜ਼ ਕੀਤਾ ਸੀਗਾ ਲਫ਼ਜ਼, ਕਿ ਕਬੀਰ ਨੂੰ ਜਦੋਂ ਪੁੱਛਿਆ ਸੀ ਨਾ ਕਿ ਤੂੰ ਹਿੰਦੂ ਆ ਜਾਂ ਮੁਸਲਮਾਨ, ਉਹਨੇ ਕਿਹਾ ਮੈਂ ਸਭ ਹੂੰ ਔਰ ਨਹੀਂ ਵੀ ਹੂੰ, ਠੀਕ ਹੈ ਨਾ। So he personifies, our son personifies, ਉਹ personify ਕਰਦਾ ਉਸ ਕਲਚਰ ਨੂੰ, ਜਿਹਦੇ ਵਿੱਚ ਜਿਹੜੇ ਡਿਫਰੈਂਸਿਸ ਹੈ, they should be a thing of strength, not of a problem. So I'm very happy ਜਦੋਂ ਵੀ ਇਹ ਜੈਸਚਰ ਇਹੋ ਜਿਹੇ ਆਉਂਦੇ ਨੇ, ਮੈਂ ਬੜਾ ਖੁਸ਼ ਹੁੰਦਾ। ਔਰ ਜਿਹੜੀ ਇਹ ਬੜੀ ਵੱਡੇ ਦਿਲ ਦੀ ਗੱਲ ਹੈ ਕਿ ਜੀ ਇਮਰਾਨ ਖਾਨ ਦੇ ਥੱਲੇ ਜਿਹੜੀ ਸਰਕਾਰ ਨੇ ਕੀਤਾ ਹੈਗਾ, ਔਰ ਉਸ ਤੋਂ ਜ਼ਿਆਦਾ ਜਿਹੜੇ ਆਰਡੀਨਰੀ ਸਿਟੀਜ਼ਨਸ, ਜਿਸ ਤਰ੍ਹਾਂ ਈਦੀ ਫਾਊਂਡੇਸ਼ਨ ਨੇ ਕੀਤਾ ਹੈਗਾ, ਇਟਸ ਫੈਂਟੈਸਟਿਕ। ਔਰ ਜਿਹੜੇ, ਔਰ ਮੈਨੂੰ ਪਾਕਿਸਤਾਨ 'ਚ ਇਸ ਵੇਲੇ ਇੱਕ ਲਹਿਰ ਜੀ ਚੱਲ ਰਹੀ ਹੈਗੀ ਹੈ ਯੰਗ ਪੀਪਲ ਦੇ ਵਿੱਚ, ਲੋਕਾਂ ਦੇ, ਨੌਜਵਾਨਾਂ ਦੇ ਵਿੱਚ, ਜਿਹਦੇ ਨਾਲ ਉਹ ਇੰਡੀਆ ਨੂੰ ਮੈਸੇਜਸ ਸਪੋਰਟ ਭੇਜ ਰਹੇ ਕਿ ਸਾਡੇ ਦਿਲੀ ਤੌਰ ਤੇ ਵੀ ਆਰ ਹੇਅਰ ਫॉर ਯੂ। ਐਂਡ ਇਹ ਜਿਹੜੇ ਜਸਟਿਸ ਨੇ ਭੈਣ ਜੀ, ਹੌਲੀ ਹੌਲੀ ਜਿਸ ਤਰ੍ਹਾਂ ਤੁਪਕਾ ਪਾਣੀ ਦਾ ਹੁੰਦਾ ਨਾ, ਉਹਦੇ ਨਾਲ ਮਤਲਬ ਸਰੋਵਰ ਬਣ ਜਾਂਦਾ, ਠੀਕ ਹੈ ਨਾ। ਇਹ ਜਿਹੜੇ ਜਸਟਿਸ ਨੇ ਬਹੁਤ ਹੀ ਜ਼ਰੂਰੀ ਨੇ। ਅੱਛਾ, ਤੁਸੀਂ ਇਹ ਵੀ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਥੈਂਕ ਯੂ, ਤੁਸੀਂ ਆਨਰ ਕੀਤਾ, ਤੇ ਮੈਂ ਮਤਲਬ ਸਾਡੇ ਲਈ ਬੜੀ ਪਿਆਰ ਵਾਲੀ ਔਰ ਬੜੀ ਮਾਣ ਵਾਲੀ ਗੱਲ ਹੈ ਕਿ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਐਪਰੀਸ਼ੀਏਟ ਕਰਦੇ ਨੇ, ਪੋਜ਼ਿਟਿਵ ਹਰ ਬੰਦਾ ਐਪਰੀਸ਼ੀਏਟ ਕਰਦਾ ਸਾਡੀ ਸਰਕਾਰ ਦੀ ਵੀ ਐਫਰਟਸ। ਤੁਸੀਂ ਦੇਖੋ ਯੂਥ ਵਿੱਚ ਜਿਹੜੇ ਨੇ ਬਹੁਤ ਸਾਰੇ ਬੱਚਿਆਂ ਨੇ, ਨੌਜਵਾਨ ਨਸਲ ਹੈ, ਉਹਨਾਂ ਨੇ ਆਪਣੀ ਕਿਸਾਨ ਖੇਤੀ ਲਹਿਰ ਦੇ ਨਾਲ, ਕਿਸਾਨਾਂ ਦੀ ਮੂਵਮੈਂਟ ਦੇ ਨਾਲ ਗਾਣੇ ਗਾ ਕੇ
ਆਪਣਾ ਉਹਨਾਂ ਦੇ ਨਾਲ ਸਪੋਰਟ ਜ਼ਾਹਿਰ ਕੀਤੀ ਹੈ, ਉਧਰਲੇ ਪਾਸਿਓਂ ਵੀ ਹੋਈ ਹੈ, ਇਸ ਪਾਸਿਓਂ ਕਿ ਬਈ ਜੋ ਮਰਜ਼ੀ ਵੀ ਹੈ। ਤੇ ਹੁਣ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਬੀਜੇਪੀ ਦੀ ਹਕੂਮਤ ਜਾਂ ਮੋਦੀ ਸਰਕਾਰ ਜੋ ਕੁਛ ਹੈ ਹੁਣ ਕਰੋਨਾ ਦੇ ਹਾਲਾਤ 'ਚ ਕਰ ਰਹੀ ਹੈ, ਤੁਸੀਂ ਕੀ ਅੱਗੇ ਫੋਰਸੀ ਕਰ ਰਹੇ ਹੋ? ਉੱਥੇ ਤੇ ਜੋ ਹਾਲਾਤ ਹੈ, ਇਨਸਾਨਾਂ ਦੀ ਹੀ ਕਦਰ ਨਹੀਂ ਹੈ, ਫਿਰ ਇਹ ਕਿਸ ਕਿਸਮ ਦੀ ਡੈਮੋਕ੍ਰੈਟਿਕ ਗਵਰਨਮੈਂਟ ਹੈ? ਕੀ ਹੈ ਵੀ ਕਿ ਨਹੀਂ? ਦੇਖੋ, ਇਹ ਸਾਰੇ ਦੀ ਖਾਹਿਸ਼ ਹੈ ਕਿ ਜਿਹੜੇ ਕਰੋਨਾ ਵਾਇਰਸ ਜਿਹੜੀ ਕ੍ਰਾਈਸਿਸ ਹੈ, ਇਹਦਾ ਜਿਹੜਾ ਸਭ ਤੋਂ ਵੱਡਾ ਇਫੈਕਟ ਹੈ ਨਾ, ਉਹ ਜਿਹੜੀ ਮੋਦੀ ਦੀ ਸਪੋਰਟ ਬੇਸ ਆ ਉਹ ਤੇ ਕਾਫੀ ਹੋ ਰਿਹਾ, ਜਿਹੜੀ ਇੰਡੀਅਨ ਮਿਡਲ ਕਲਾਸ, ਕਿਉਂਕਿ ਇੰਡੀਆ ਮਿਡਲ ਕਲਾਸ, ਪਾਕਿਸਤਾਨ ਮਿਡਲ ਕਲਾਸ ਕੋਈ ਫਰਕ ਨਹੀਂ ਹੈਗਾ। ਉਹਨਾਂ 'ਚ ਕਲਚਰ ਹੈ ਕਿ ਸਾਡੇ ਕੋਲ ਪੈਸੇ ਹੈਗੇ ਆ, ਵੀ ਕੈਨ ਬਾਏ ਐਨੀਥਿੰਗ, ਵੀ ਕੈਨ ਬਾਏ ਐਜੂਕੇਸ਼ਨ, ਵੀ ਕੈਨ ਬਾਏ ਹੈਲਥ, ਅਸੀਂ ਸਭ ਕੁਝ ਕਰ ਸਕਦੇ ਹੈਗੇ। ਹੁਣ ਜਦੋਂ ਇੱਕ ਮਿਨਿਸਟਰ ਟਵੀਟ ਕਰ ਰਿਹਾ ਹੈ ਲੋਕਲ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਕਿ ਮੇਰਾ ਵੱਡਾ ਭਰਾ, ਉਹਦੇ ਲਈ ਬੈੱਡ ਚਾਹੀਦਾ ਹੈ ਹਸਪੀਟਲ ਵਿੱਚ, ਹੁਣ ਲੋਕ ਹਨ ਇਹ ਜੀ ਮੋਦੀ ਦੀ ਬੇਸ ਹੈ, ਸੋਚ ਰਹੇ, ਇਹਨਾਂ ਨੂੰ ਅਕਲ ਆਵੇ ਕਿ ਸੋਚਣ ਕਿ ਜੇ ਸਾਡੇ ਨਾਲ, ਜੇ ਵੱਡੇ ਵੱਡੇ ਅਫਸਰਾਂ ਦੇ ਨਾਲ, ਵੱਡੇ ਵੱਡੇ ਮਿਨਿਸਟਰਾਂ ਨਾਲ ਆਹ ਹਾਲ ਹੋ ਰਿਹਾ, ਤੇ ਜਿਹੜੀ ਆਮ ਜਨਤਾ ਉਹਨਾਂ ਦਾ ਕਿੰਨਾ ਬੁਰਾ। ਮੈਂ ਕੱਲ ਹੀ ਰਾਤੀ ਨਾ ਕਿਸੇ ਨਾਲ ਗੱਲ ਕਰੀ, ਕੋਈ ਰਿਸ਼ਤੇਦਾਰਾਂ ਦੇ ਨਾਲ ਗੱਲ ਕਰ ਰਿਹਾ ਸੀਗਾ, ਤੇ ਉਹਨਾਂ ਦੇ ਇੰਨੇ ਮਤਲਬ ਬਜ਼ੁਰਗ ਔਰ ਇੰਨੇ ਨੌਜਵਾਨ ਕਰੋਨਾ ਵਾਇਰਸ ਦੇ ਵਿਕਟਮ ਹੋ ਗਏ ਆ, ਦੇ ਡਾਈਡ, ਇੰਨੇ ਲੋਕ ਗੁਜ਼ਰੇ ਨੇ ਨਾ ਕਿ ਲੋਕਾਂ 'ਚ ਹੁਣ ਹਾਹਾਕਾਰ ਮਚਿਆ। ਕਿ ਮੈਨੂੰ ਰਿਐਲਿਟੀ ਹੈ ਕਿ ਜਿਹੜਾ ਲਾਸਟ ਫੇਜ਼ ਸੀਗਾ ਬੰਗਾਲ ਦੀ ਇਲੈਕਸ਼ਨ ਦਾ, ਫੇਜ਼ 8, ਉਹਦੇ 'ਚ ਕਰੋਨਾ ਵਾਇਰਸ ਦੀ ਅਪਸਰਜ ਆਈ ਸੀਗੀ। ਉਸ ਤੋਂ ਪਹਿਲਾਂ ਜਿਹੜੇ ਫੇਜ਼ ਸੀ ਨਾ, ਉਦੋਂ ਅਪਸਰਜ ਨਹੀਂ ਸੀਗੀ ਕਰੋਨਾ ਵਾਇਰਸ ਦੀ। ਲੇਕਿਨ ਹੁਣ ਪਹਿਲੀ ਵਾਰ ਲੋਕ, ਥੋੜਾ ਜਿਹਾ ਮੀਡੀਆ ਵੀ ਉੱਠਿਆ, ਹੁਣ ਪਹਿਲੀ ਵਾਰ ਨਾ ਲੋਕ ਮੋਦੀ ਨੂੰ ਪੁੱਛ ਰਹੇ ਆ ਕਿ ਤੂੰ ਕੀ ਕਰ ਰਿਹਾ ਸੀਗਾ, ਤੂੰ ਬੜਾ ਨਾਰਾ ਲਾਇਆ ਸੀ ਪਿਛਲੀ ਇਲੈਕਸ਼ਨ ਤੇ, ਮੈਂ ਦੇਸ਼ ਦਾ ਚੌਕੀਦਾਰ ਹੂੰ, ਤੂੰ ਸਾਰਾ ਚੌਕੀਦਾਰ ਕਿੱਥੇ ਸੀਗਾ? ਤੂੰ ਤਾਂ ਆਮ ਚੌਕੀਦਾਰ ਆ, ਫਿਰ ਤਾਂ ਤੂੰ ਸਾਰਾ ਸੁੱਤਾ ਹੀ ਰਿਹਾ ਹੋਣਾ, ਠੀਕ ਹੈ ਨਾ। ਉਹਦੀ ਜਿਹੜੀ ਗਾਰਡੀਅਨਸ਼ਿਪ, ਉਹਦੀ ਜਿਹੜੀ ਲੀਡਰਸ਼ਿਪ ਹੈ, ਪਹਿਲੀ ਵਾਰ ਹੁਣ ਲੋਕ ਕੁਐਸਚਨ ਕਰ ਰਹੇ ਨੇ। ਤਾਂ ਮੇਰੀ ਤਾਂ ਖਾਸ਼ ਇਹੀ ਹੈ ਕਿ ਆਉਣ ਵਾਲੇ ਕੁਝ ਸਾਲ ਨੇ, ਇਹਨਾਂ ਵਿੱਚ ਮਤਲਬ ਜਿਹੜੀ ਬੀਜੇਪੀ ਦੀ ਸਪੋਰਟ ਬੇਸ ਘੱਟ, ਬੀਜੇਪੀ ਇੰਨੇ ਤਕੜੇ ਨਹੀਂ ਹੈਗੇ। ਜਿਹੜੇ ਬੀਜੇਪੀ ਦੀ ਜਿਹੜੀ ਸਟਰੈਂਥ ਹੈ ਨਾ, ਉਹਨਾਂ ਦੀ ਜਿਹੜੀ ਤਾਕਤ ਹੈ, ਉਹ ਆਪੋਜੀਸ਼ਨ ਡਿਸਯੂਨਿਟੀ ਤੇ ਹੈ, ਠੀਕ ਹੈ ਨਾ। ਜਿਹੜੀ ਆਪੋਜੀਸ਼ਨ ਉਹਨਾਂ ਦੀ ਜਿਹੜੀ ਖਿਲਾਫ ਹੈ ਨਾ, ਉਹ ਬੜੀ ਡਿਸਪਰਸ ਇਲੈਕਸ਼ਨ ਹੈਗੀ ਆ। ਮੈਂ ਚਾਹੁੰਦਾ ਕਿ ਜਿਸ ਤਰ੍ਹਾਂ ਮਮਤਾ ਬੈਨਰਜੀ ਨੇ, ਜਿਨ੍ਹਾਂ ਨੂੰ ਸਾਰੇ ਮੁਲਕ ਕਹਿੰਦੇ ਨੇ ਦੀਦੀ, ਉਹਨਾਂ ਨੂੰ ਦੀਦੀ ਕਹਿੰਦੇ ਨੇ, ਵੱਡੇ ਵੀ ਛੋਟੇ ਸਾਰੇ ਉਹਨਾਂ ਨੂੰ ਦੀਦੀ ਕਹਿੰਦੇ ਨੇ, ਕਿ ਉਹਨਾਂ ਨੇ ਮਤਲਬ ਪ੍ਰੂਵ ਕੀਤਾ ਹੈਗਾ ਕਿ ਉਹ ਇਕੱਲੇ ਨੇ ਜਿਹੜੇ, ਮੈਂ ਇੰਗਲਿਸ਼ ਕਿਹਾ ਕਿ she may be small of stature but she is the tallest leader at the moment। ਤੇ ਉਹ ਮਤਲਬ ਜੇ ਹੁਣ ਇਸ ਮੁਹਿੰਮ ਦੀ ਮਤਲਬ ਅੱਗੇ ਜਾ ਕੇ ਲੀਡਰਸ਼ਿਪ ਦੇਣ, ਤੇ ਉਹਦੇ ਨਾਲ ਫਰਕ ਪੈ ਸਕਦਾ ਆਉਣ ਵਾਲੇ ਮਤਲਬ ਸਾਲਾਂ ਵਿੱਚ। ਥੈਂਕ ਯੂ ਸੋ ਮਚ ਰਾਜ ਜੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਅਸੀਂ ਤੁਹਾਨੂੰ ਫਿਰ ਵੀ ਜ਼ਹਿਮਤ ਦੇਵਾਂਗੇ, ਔਰ ਤੁਸੀਂ ਜਿਸ ਤਰ੍ਹਾਂ ਤਿੰਨਾਂ ਮੁੱਦਿਆਂ ਨੂੰ ਇੰਟਰਲਿੰਕ ਕੀਤਾ, ਔਰ ਜਿਸ ਤਰ੍ਹਾਂ ਸਾਡੀ ਪੰਜਾਬ ਦੇ ਸਾਂਝੀ ਇੱਕ ਲੋਸਟ ਸਾਡਾ ਸਿਵਲਾਈਜੇਸ਼ਨ ਦਾ, ਅਸੀਂ ਇੰਝ ਆਪਣੇ ਤਾਈਂ, ਆਪਣੇ ਚੈਨਲ ਦੇ ਥਾਈਂ ਕੋਸ਼ਿਸ਼ ਕਰਦੇ ਰਵਾਂਗੇ, ਔਰ ਤੁਹਾਡੇ ਨਾਲ ਅਸੀਂ ਇੰਝ ਹੀ ਸਾਂਝ ਕਰਦੇ ਰਹਾਂਗੇ, ਤੁਹਾਨੂੰ ਤਕਲੀਫ ਦਿੰਦੇ ਰਵਾਂਗੇ। ਔਰ ਸਾਡੀ ਆਉਣ ਵਾਲੀ ਜਨਰੇਸ਼ਨ, ਜਿਸ ਤਰ੍ਹਾਂ ਕਬੀਰ ਦੀ ਜਨਰੇਸ਼ਨ ਹੈ, ਜਿਸ ਤਰ੍ਹਾਂ ਮੇਰੇ ਬਾਲਾਂ ਦੀ ਜਨਰੇਸ਼ਨ ਹੈ, ਜਿਹੜੇ ਇੱਥੇ ਰਹਿੰਦੇ ਨੇ, ਉਹ ਸਭ ਚੀਜ਼ਾਂ ਸਮਝਣ, ਪਰ ਆਪਣੇ ਜੜ੍ਹਾਂ ਤੇ ਆਪਣੇ ਵਿਰਸੇ ਨਾਲ ਵੀ ਜੁੜਦੀਆਂ ਰਹਿਣ, ਤਾਂ ਕਿ ਜਿਨ੍ਹਾਂ ਦੇ ਉੱਤੇ, ਜਿਸ ਤਰ੍ਹਾਂ ਕਬੀਰ ਦੀ ਦਾਦੀ ਫਖਰ ਕਰਦੀਆਂ ਕਿ ਉਹ ਮੇਰਾ ਬੱਚਾ ਜਿਹੜਾ ਵਾ, ਇਸੇ ਤਰ੍ਹਾਂ ਸਾਡੀ ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਬੈਠੇ ਨੇ, ਉਹ ਇਹ ਪ੍ਰੋਗਰਾਮ ਕਰਨ ਦਾ ਮਕਸਦ ਹੀ ਹੈ ਕਿ ਥੋੜਾ ਅਵੇਅਰਨੈਸ ਹੋਏ, ਤੇ ਸਾਡੇ ਆਪਣੀ ਅਗਲੀ ਜਿਹੜੀ ਜਨਰੇਸ਼ਨ ਹੈ, ਉਹ ਸਾਡੇ ਬਜ਼ੁਰਗਾਂ ਦੇ ਉਸੇ ਵਿਜ਼ਨ ਨੂੰ ਲੈ ਕੇ ਅੱਗੇ ਚੱਲ ਰਹੀ। ਮੈਂ ਬਹੁਤ ਧੰਨਵਾਦੀ ਹਾਂ ਕਿਮੀ ਟੀਵੀ ਜਿਹੜਾ ਵਾ ਤੁਹਾਡੇ ਵਾਸਤੇ, once again ਬਹੁਤ ਅਸੀਂ ਗ੍ਰੇਟਫੁਲ ਹਾਂ ਕਿ ਤੁਸੀਂ ਆਪਣਾ ਟਾਈਮ ਦਿੱਤਾ। ਥੈਂਕ ਯੂ ਸੋ ਮਚ। ਮੈਂ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ। ਆਦਾਬ।